ਅੱਜ ਭਾਈ ਚੰਡੀਗੜ੍ਹ ਪਹੁੰਚੇ ਹੋ ਕੀ ਚੱਲ ਰਿਹਾ ਹੁਣ ਅੱਜ ਕੱਲ੍ਹ ਕੀ ਲੋਕਾਂ ਦੇ ਨਾਲ ਥੋੜੀ ਵਿਚਾਰ ਵਟਾਂਦਰਾ ਕਰ ਰਹੇ ਹੋ? ਨਹੀਂ ਜੀ, ਅੱਜ ਕੱਲ੍ਹ ਦੇਖੋ ਸੰਘਰਸ਼ ਤਾਂ ਸਾਡਾ ਚੱਲ ਹੀ ਰਿਹਾ। ਫਿਰ ਇੱਕ ਪੰਜਾਬ ਦਾ ਪੋਲੀਟੀਕਲ ਸਿਨੈਰੀਓ ਆ ਜਿਹੜਾ, ਉਹਨੂੰ ਵੀ ਦਰਕਨਾਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜਿਹੜੇ ਹਾਲਾਤ ਆ ਇਹ ਕਿਸੇ ਨਾ ਕਿਸੇ ਸਪੈਸ਼ਲ ਤਰ੍ਹਾਂ ਦੇ ਇੱਕ ਸਿਸਟਮ ਦੀ ਦੇਣ ਆ। ਸੋ ਸਾਡਾ ਸੰਘਰਸ਼ ਆ ਜਿਹੜਾ ਕਿਸਾਨੀ ਸੰਘਰਸ਼, ਪ੍ਰਾਇੋਰਟੀ ਤਾਂ ਉਹ ਆ, ਸਾਡੀ ਤਰਜੀਹ ਉਹ ਆ। ਪਿੰਡਾਂ 'ਚ ਜਾ ਕੇ ਸਾਡੇ ਬੰਦਿਆਂ ਨੂੰ ਲਾਮਬੰਦ ਕਰ ਰਹੇ ਆ, ਸਾਰਿਆਂ ਨੂੰ ਨਾਲ ਜੋੜ ਰਹੇ ਆ। ਦੂਜੀ ਗੱਲ, ਇੱਕ ਪੋਲੀਟੀਕਲ ਸਟਰਕਚਰ ਨੂੰ ਵੀ ਮੈਨੂੰ ਲੱਗਦਾ ਸਾਨੂੰ ਰੀਸਟਰਕਚਰ ਕਰਨਾ ਪਊਗਾ ਜੋ ਪੰਜਾਬ ਦਾ। ਸੋ ਇਹਦੇ ਲਈ ਸਾਡੇ ਲੋਕਾਂ ਨੂੰ ਜਾਗਰੂਕ ਹੋਣਾ, ਆਪਦੀ ਰਿਸਪੌਂਸਿਬਿਲਿਟੀ ਨੂੰ ਸਮਝਣਾ ਤੇ ਫਿਰ ਇਕੱਠੇ ਹੋ ਕੇ ਕੋਈ ਨਾ ਕੋਈ ਹੰਭਲਾ ਮਾਰਨਾ ਇਹ ਬੜਾ ਜ਼ਰੂਰੀ ਹੈ। ਜੀ ਪੋਲੀਟੀਕਲ ਰੀਸਟਰਕਚਰ ਦੀ ਗੱਲ ਕਰ ਰਹੇ ਹੋ, ਕਿਸ ਤਰ੍ਹਾਂ ਦਾ ਪੋਲੀਟੀਕਲ ਰੀਸਟਰਕਚਰ ਤੁਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹੋ? ਕਿਉਂਕਿ ਬਹੁਤ ਚਿਰ ਤੋਂ ਤੁਸੀਂ ਕੋਸ਼ਿਸ਼ ਕਰ ਰਹੇ ਹੋ, ਪਰ ਹਰ ਵਾਰ ਤੁਹਾਡੇ ਉੱਤੇ ਸਵਾਲ ਜ਼ਿਆਦਾ ਚੁੱਕੇ ਜਾਂਦੇ ਹਨ। ਹਾਂਜੀ, ਨਹੀਂ ਜੀ, ਕੋਸ਼ਿਸ਼ ਦੇਖੋ, ਇਹ ਕੋਈ ਐਡਾ ਸੌਖਾ ਕੰਮ ਤਾਂ ਹੈ ਨਹੀਂ, ਔਰ ਇਹ ਦਿਨਾਂ ਦੀ ਗੱਲ ਵੀ ਨਹੀਂ ਹੈ, ਮਹੀਨਿਆਂ ਦੀ ਗੱਲ ਨਹੀਂ ਹੈ। ਇਹਦੇ ਵਾਸਤੇ ਲੰਬਾ ਸਮਾਂ ਲੱਗ ਸਕਦਾ ਤੇ ਲੱਗਦਾ ਹੁੰਦਾ, ਕਿਉਂਕਿ ਇੱਕ 70 ਸਾਲਾਂ ਦਾ ਇੱਕ ਸਿਸਟਮ ਬਣਿਆ ਹੋਇਆ। ਜਦੋਂ ਮੈਂ ਹੁਣੇ ਬੋਲ ਵੀ ਰਿਹਾ ਸੀ ਉਹਦੇ 'ਚ ਮੈਂ ਇੱਕੋ ਹੀ ਗੱਲ ਕਰ ਰਿਹਾ ਸੀ ਵੀ ਸਾਡੇ ਜਿਹੜੇ ਬੰਦੇ ਆ ਉਹਨਾਂ ਨੂੰ ਤਾਂ ਆਬਜੈਕਟ ਸਮਝਦੇ ਆ ਸਾਡੇ ਪੋਲੀਟੀਕਲ ਲੀਡਰਸ, ਤੇ ਆਪ ਸਬਜੈਕਟ ਆ, ਉਹ ਆਬਜੈਕਟ ਆ। ਉਹਨਾਂ ਨੂੰ ਜਿਵੇਂ ਕੋਈ ਵਸਤੂ ਨਹੀਂ ਹੁੰਦੀ, ਵਸਤੂ ਦੀ ਤਰ੍ਹਾਂ ਉਹਨਾਂ ਨੂੰ ਵਰਤਦੇ ਆ। ਹੁਣ ਵਸਤੂ ਤੋਂ ਵੋਟਾਂ ਪਵਾ ਲਓ, ਵਸਤੂ ਨੂੰ ਜਿੱਧਰ ਮਰਜ਼ੀ ਖੜਾ ਕਰਾ ਲਓ। ਸੋ ਫਿਰ ਅਸੀਂ ਜੇ ਕਹਿੰਦੇ ਆ ਵੀ ਬਦਲਾਅ ਆਊਗਾ ਤਾਂ ਬੜਾ ਔਖਾ। ਪਹਿਲਾਂ ਤਾਂ ਸਾਡੇ ਕਲੈਕਟਿਵ ਕੌਨਸ਼ੀਅਸਨੈਸ ਜਿਹੜੀ ਆ ਉਹਨੂੰ ਪੈਦਾ ਕਰਨਾ ਪੈਣਾ, ਸਾਨੂੰ ਆਪਦੇ ਲੋਕਾਂ ਨੂੰ ਜਾਗਰੂਕ ਕਰਨਾ ਪੈਣਾ। ਉਹਦੇ 'ਚ ਹਰ ਬੰਦੇ ਨੂੰ ਆਪਦੀ ਰਿਸਪੌਂਸਿਬਿਲਿਟੀ ਨੂੰ ਸਮਝਣਾ ਪੈਣਾ ਵੀ ਸਮਾਜ ਪ੍ਰਤੀ ਉਹਦੀ ਕੀ ਰਿਸਪੌਂਸਿਬਿਲਿਟੀ ਆ, ਔਰ ਇੱਥੇ ਬਦਲ ਕਿਵੇਂ ਲੈ ਕੇ ਆਵਾਂਗੇ ਅਸੀਂ। ਸੋ ਬਦਲ ਕੋਈ ਇੱਕ ਬੰਦੇ ਦੀ ਬਦਲ ਦੀ ਲੋੜ ਹੈ, ਕਿਸ ਤਰ੍ਹਾਂ ਦੇ ਬਦਲ ਦੀ ਲੋੜ? ਬਾਈ ਜੀ, ਇੱਕ ਤਾਂ ਮੈਂ ਇਹ ਮੰਨਦਾ ਵੀ ਜਿਹੜਾ ਤਣਾਅ ਤੇ ਟਕਰਾਅ ਪੈਦਾ ਹੋ ਰਿਹਾ ਨਾ ਸਾਡੇ ਸਮਾਜ 'ਚ, ਉਹ ਤਣਾਅ ਤੇ ਟਕਰਾਅ ਇਸ ਕਰਕੇ ਪੈਦਾ ਹੋ ਰਿਹਾ ਕਿਉਂਕਿ ਡੋਮੀਨੇਸ਼ਨ ਦੀ ਜਿਹੜੀ ਇੱਕ ਬੇਸਿਕ ਇਨਸਟਿੰਕਟ ਆ ਨਾ, ਉਹ ਡੋਮੀਨੇਟ ਹਰ ਵਰਗ, ਹਰ ਜਥੇਬੰਦੀ, ਹਰ ਪੋਲੀਟੀਕਲ ਪਾਰਟੀ ਡੋਮੀਨੇਟ ਕਰਨਾ ਚਾਹੁੰਦੀ ਆ। ਸੋ ਜਦੋਂ ਤੱਕ ਸਾਡੇ ਅੰਦਰ ਅਸੀਂ ਸਾਰਥਕਤਾ ਦੀ ਗੱਲ ਨਹੀਂ ਕਰਾਂਗੇ, ਜਦੋਂ ਤੱਕ ਇੱਕ ਟੋਟਲ ਡੈਮੋਕਰਟਾਈਜੇਸ਼ਨ ਦੀ ਗੱਲ ਨਹੀਂ ਕਰਾਂਗੇ, ਜਦੋਂ ਤੱਕ ਅਸੀਂ ਜੇ ਕੋਈ ਬਦਲ ਦੀ ਗੱਲ ਕਰੂਗਾ ਉਹਨੂੰ ਜਾਂ ਤਾਂ ਫਿਰਕੂ ਟੈਗ ਦੇ ਦਿਓ ਜਾਂ ਉਹਨੂੰ ਇਹ ਕਹਿ ਦਿਓ ਵੀ ਇਹ ਤਾਂ ਐਂਟੀ ਸੋਸ਼ਲ ਆ ਜਾਂ ਐਂਟੀ ਨੈਸ਼ਨਲ ਆ, ਇਹ ਟੈਗ ਦਿੰਦੇ ਰਹਿੰਦੇ ਆ, ਤੁਹਾਨੂੰ ਐਗਜ਼ਿਸਟ ਹੀ ਨਹੀਂ ਕਰਦੇ, ਤੁਹਾਡੀ ਸਪੇਸ ਨਹੀਂ ਦਿੰਦੇ ਤੁਹਾਨੂੰ। ਸੋ ਜਦੋਂ ਤੱਕ ਅਸੀਂ ਇਹਨਾਂ ਆਪਦੀ ਸਪੇਸ ਨੂੰ ਕ੍ਰੀਏਟ ਕਰਕੇ ਆਪਦੇ ਕੁਝ ਬੰਦਿਆਂ ਨੂੰ ਸੱਚੀ ਹੋਈ ਨਾਲ ਇੱਕ ਕਲੈਕਟਿਵ ਕੌਨਸ਼ੀਅਸਨੈਸ ਪੈਦਾ ਕਰਕੇ ਨਾਲ ਨਹੀਂ ਤੋਰਾਂਗੇ ਤੇ ਫਿਰ ਇੱਕ ਟੋਟਲ ਡੈਮੋਕਰਟਾਈਜੇਸ਼ਨ ਦੀ ਗੱਲ ਨਹੀਂ ਕਰਾਂਗੇ, ਉਦੋਂ ਤੱਕ ਜਿਵੇਂ ਅੱਜ ਕੱਲ ਮੇਰੇ ਤੇ ਫਿਰਕੂ ਟੈਗ ਲੱਗਣ ਲੱਗ ਗਏ ਵੀ ਇਹ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਗੱਲ ਕਰਦਾ ਜਾਂ ਤਾਂ ਇਹ ਤਾਂ ਸਿੱਖਾਂ ਦੀ ਗੱਲ ਕਰਦਾ, ਹਾਲਾਂਕਿ ਇਹੋ ਜੀ ਕੋਈ ਗੱਲ ਹੈ ਨਹੀਂ। ਮੈਂ ਕੱਲ ਨੂੰ ਕਿਸੇ ਵੀ ਸਾਡੇ ਵਰਗ ਤੇ ਕਿਤੇ ਵੀ ਧੱਕਾ ਕੋਈ ਸਰਕਾਰ ਕਰਦੀ ਆ, ਮੈਂ ਨਾਲ ਖੜਾ ਹੋਊਂਗਾ। ਸੋ ਜਦੋਂ ਆਪਾਂ ਬਦਲ ਦੀ ਗੱਲ ਕਰਦੇ ਆ, ਆਪਾਂ ਇੱਕ ਸਾਰਥਕ ਸਮਾਜ ਦੀ ਗੱਲ ਕਰਦੇ ਆ। ਅਸੀਂ ਜਦੋਂ ਪੜ੍ਹ ਲਿਖ ਜਾਂਦੇ ਆ ਨਾ, ਤਾਂ ਪੜ੍ਹਨ ਲਿਖਣ ਦਾ ਮੇਨ ਮਕਸਦ ਹੀ ਸਾਡਾ ਇਹ ਹੁੰਦਾ ਵੀ ਕੋਈ ਚੰਗਾ ਬਦਲਾਅ ਲੈ ਕੇ ਆਈਏ ਆਪਾਂ। ਅੱਜ ਵੀ ਕਿਸਾਨ ਜਿਹੜੇ ਨੌਜਵਾਨਾਂ ਦੀ ਗੱਲ ਕਰਦੇ ਹੋ ਬਾਈ ਜੀ, ਦੋ ਗੱਲਾਂ। ਰਾਜਨੀਤੀ ਤੋਂ ਬਾਹਰ ਤਾਂ ਅਸੀਂ ਚਾਹੇ ਦੇਖੋ, ਤੁਸੀਂ ਜਿਹੜੀ ਰਾਜਨੀਤੀ ਦੀ ਗੱਲ ਕਰਦੇ ਹੋ ਨਾ, ਉਹ ਗੱਲ ਕਰ ਰਹੇ ਹੋ ਮੇਨ ਸਟ੍ਰੀਮ ਪੋਲਿਟਿਕਸ ਦੀ, ਵੋਟਾਂ ਦੀ ਪੋਲਿਟਿਕਸ ਦੀ, ਹਨਾ। ਮੇਨ ਸਟ੍ਰੀਮ ਪੋਲਿਟਿਕਸ ਤੇ ਜਿਹੜੀ ਆਪਾਂ ਮੰਨ ਲਓ ਇੱਕ ਕੌਨਫਲਿਕਟ ਪੋਲਿਟਿਕਸ ਕਰ ਰਹੇ ਹਾਂ, ਸਿਸਟਮ ਨਾਲ ਕੌਨਫਲਿਕਟ ਆਪਣਾ ਇੱਕ, ਹਨਾ, ਇਹ ਵੀ ਰਾਜਨੀਤੀ ਆ। ਰਾਜਨੀਤੀ ਦੇ ਵੀ ਵੱਖਰੇ ਵੱਖਰੇ ਵਹਿਣ ਹੁੰਦੇ ਆ, ਔਰ ਆਪਾਂ ਨੂੰ ਮੇਨ ਸਟ੍ਰੀਮ 'ਚ ਵੀ ਆਉਣਾ ਪਊਗਾ, ਆਪਾਂ ਨੂੰ ਸੋਸ਼ਲ ਇੱਕ ਰੀਸਟਰਕਚਰਿੰਗ ਵੀ ਕਰਨੀ ਪਊਗੀ। ਔਰ ਇਹ ਗੱਲ ਤੁਹਾਡੀ ਪੱਕੀ ਆ ਵੀ ਬਿਨਾਂ ਇਹਦੇ 'ਚ ਅੰਦਰ ਵੜੇ ਹੋਏ ਜੇ ਅਸੀਂ ਕਹਾਂਗੇ ਬਾਹਰੋਂ ਬੈਠੇ ਅਸੀਂ ਕੋਈ ਬਦਲ ਲੈ ਆਵਾਂਗੇ, ਇਹ ਤਾਂ ਹੋ ਨਹੀਂ ਸਕਦਾ। ਸੋ ਸਾਨੂੰ ਕਈ ਤਰ੍ਹਾਂ ਦੀਆਂ ਮੂਵਮੈਂਟਸ ਇਕੱਠੀਆਂ ਖੜੀਆਂ ਕਰਨੀਆਂ ਪੈਣਗੀਆਂ। ਹਾਂਜੀ, ਨਹੀਂ, ਮੈਂ ਤਾਂ ਰਾਜਨੀਤੀ ਦਾ ਪਾਰਟ ਹੀ ਬਣਿਆ ਹੋਇਆ। ਤੁਸੀਂ ਇਹ ਦੇਖੋ, ਰਾਜਨੀਤੀ ਜੁਆਇਨ ਜਾਂ ਨਹੀਂ ਜੁਆਇਨ ਨੂੰ ਤਾਂ ਮੈਂ ਕਦੇ ਕਿਹਾ ਹੀ ਨਹੀਂ, ਪਰ ਮੈਂ ਇਹ ਗੱਲ ਜ਼ਰੂਰ ਕਹਿੰਦਾ ਰਿਹਾ ਵੀ ਹਜੇ ਮੇਰਾ ਮਕਸਦ ਵੋਟਾਂ ਲੜਨਾ ਨਹੀਂ ਹੈ। ਹਜੇ ਮੈਂ ਚੋਣਾਂ 'ਚ ਖੜਾ ਹੋ ਕੇ ਤੇ ਇਹ ਕਹਿ ਲਓ ਵੀ ਇੱਕ ਕਿਸੇ ਪਾਰਟਿਕੂਲਰ ਪਾਰਟੀ ਨਾਲ ਐਸੋਸੀਏਟ ਹੋ ਜਾ ਤੇ ਦੁਨੀਆ ਨੂੰ ਜਾਂ ਪੰਜਾਬ ਨੂੰ ਉਸ ਪਾਰਟੀ ਦੀ ਐਨਕ 'ਚੋਂ ਹੀ ਦੇਖਣ ਲੱਗ ਜਾ, ਫਿਰ ਤਾਂ ਉਹ ਪਾਰਟੀ ਹਿੱਤ ਪਹਿਲਾਂ ਹੁੰਦੇ ਆ, ਲੋਕਾਂ ਦੇ ਹਿੱਤ ਬਾਅਦ 'ਚ ਹੁੰਦੇ ਆ। ਹਜੇ ਤਾਂ ਅਸੀਂ ਬੜੇ, ਜਦੋਂ ਮੈਂ ਕਿਹਾ ਵੀ ਪਿੰਡਾਂ 'ਚ ਜਾ ਕੇ, ਲੋਕਾਂ ਨੂੰ ਸ਼ਹਿਰਾਂ 'ਚ ਜਾ ਕੇ ਮਿਲ ਕੇ ਕੁਝ ਇਹੋ ਜਿਹੇ ਬੰਦੇ ਇਕੱਠੇ ਕਰੀਏ ਜਿਹੜੇ ਬੰਦੇ ਵਾਕਈ ਚਾਹੁੰਦੇ ਆ ਵੀ ਅਸੀਂ ਆਪਦੇ ਲੋਕਾਂ ਖਾਤਰ, ਆਪਦੀ ਧਰਤੀ ਖਾਤਰ ਕੁਝ ਕਰ ਸਕੀਏ। ਇਹ ਤੜਪ ਜਿਨ੍ਹਾਂ ਦੇ ਅੰਦਰ ਪਈ ਆ, ਉਹਨਾਂ ਬੰਦਿਆਂ ਨੂੰ, ਉਹਨਾਂ ਰੂਹਾਂ ਨੂੰ ਇਕੱਠੇ ਕਰਨਾ ਬਹੁਤ ਜ਼ਰੂਰੀ ਹੈ। ਨੌਜਵਾਨਾਂ ਦੀ ਤੁਸੀਂ ਹਮੇਸ਼ਾ ਗੱਲ ਕਰਦੇ ਹੋ, ਪਰ ਨੌਜਵਾਨਾਂ ਦਾ ਹੁਣੇ ਹਾਲ ਹੀ ਦੇ ਵਿੱਚ ਜੈਪਾਲ ਭੁੱਲਰ ਦਾ ਐਨਕਾਊਂਟਰ ਹੋਇਆ। ਸਾਡੇ ਪੁਲਿਸ ਐਨਕਾਊਂਟਰ ਕਰ ਦਿੰਦੀ ਹੈ, ਬਾਅਦ 'ਚ ਗੱਲ ਉੱਠਦੀ ਹੈ ਵੀ ਫੇਕ ਐਨਕਾਊਂਟਰ। ਹਜੇ ਵੀ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਸੰਸਕਾਰ ਨਹੀਂ ਕੀਤਾ, ਉਹ ਕਹਿੰਦੇ ਵੀ ਫੇਕ ਐਨਕਾਊਂਟਰ ਕੀਤਾ। ਨੌਜਵਾਨਾਂ ਨਾਲ ਤਾਂ ਇਹ ਕੁਛ ਹੋ ਰਿਹਾ, ਜਿਹੜੇ ਨੌਜਵਾਨ ਥੋੜੇ ਅੱਗੇ ਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਕਹਿ ਦਿੰਦੇ ਵੀ ਪੁਲਿਸ
ਪੰਜਾਬ ਗੈਂਗਸਟਰ ਬਣਾਉਂਦੀ ਹੈ ਫਿਰ ਮਾਰ ਦਿੰਦੀ ਹੈ। ਇਹ ਤਾਂ ਸਾਨੂੰ ਪਤਾ। ਮੇਰੇ ਤਾਂ ਤੁਸੀਂ ਇਹ ਦੇਖੋ, ਜਦੋਂ ਆਪਾਂ ਇਹਦੇ ਤੇ ਜੋਰਾ ਕੀਤੀ ਸੀ, ਉਹਦਾ ਬੇਸਿਕ ਮੁੱਦਾ ਹੀ ਇਹ ਸੀ ਵੀ ਇਹ ਸਿਸਟਮ ਕ੍ਰੀਏਟ ਕਰਦਾ, ਸਿਸਟਮ ਜਨਰੇਟ ਕਰਦਾ, ਜਿਹੜੇ ਇੱਥੇ ਆਪਾਂ ਕਹਿ ਦਈਏ ਵੀ ਕੋਈ ਗੈਂਗਸਟਰ ਬਣ ਜਾਂਦਾ, ਕੋਈ ਇੱਥੋਂ ਚਲਾ ਜਾਂਦਾ, ਕੋਈ ਨਸ਼ਿਆਂ 'ਚ ਪੈ ਜਾਂਦਾ, ਕੋਈ ਹੋਰ ਛੋਟੇ ਪੈਟੀ ਕ੍ਰਾਈਮਸ ਕਰਨ ਲੱਗ ਜਾਂਦਾ। ਜਦੋਂ ਤੱਕ ਅਸੀਂ ਬਿਮਾਰੀ ਨੂੰ ਜਿਹੜੇ ਬੰਦੇ ਕੋਈ ਗੈਂਗਸਟਰ ਬਣਨਾ, ਕੋਈ ਨਸ਼ਿਆਂ 'ਚ ਪੈਣਾ, ਇਹ ਤਾਂ ਲੱਛਣ ਆ ਬਿਮਾਰੀ ਦੇ, ਹਨਾ। ਜਦੋਂ ਤੱਕ ਬਿਮਾਰੀ ਨੂੰ ਜੜੋਂ ਨਹੀਂ ਪੱਟਾਂਗੇ ਨਾ, ਉਦੋਂ ਤੱਕ ਬਾਈ ਇਹ ਲੱਛਣਾਂ ਨੇ ਪੈਦਾ ਹੁੰਦਾ ਹੀ ਰਹਿਣਾ। ਹੁਣ ਜੇ ਸਾਡਾ ਖੂਨ ਮੰਨ ਲਓ ਕਿਤੇ ਖਰਾਬ ਆ ਤੇ ਸਾਡੇ ਸਰੀਰ ਤੇ ਫੋੜੇ ਹੋ ਗਏ, ਅਸੀਂ ਫੋੜਿਆਂ ਦੀ ਦਵਾਈ ਨਹੀਂ ਲੈਂਦੇ, ਅਸੀਂ ਖੂਨ ਨੂੰ ਸਾਫ਼ ਕਰਦੇ ਹਾਂ ਪਹਿਲਾਂ। ਤੇ ਕਿਉਂਕਿ ਜੇ ਫੋੜਿਆਂ ਦੀ ਦਵਾਈ ਲੈ ਲਈ ਤਾਂ ਉਹਨੇ ਹਫ਼ਤੇ ਜਾਂ ਮਹੀਨੇ ਬਾਅਦ ਫੇਰ ਹੋ ਜਾਣਾ। ਸੋ ਸਾਨੂੰ ਬਿਮਾਰੀ ਨੂੰ ਸਮਝਣਾ, ਬਿਮਾਰੀ ਨੂੰ ਜੜੋਂ ਪੱਟਣਾ ਪਊਗਾ, ਇਹ ਬਹੁਤ ਜ਼ਰੂਰੀ ਆ। ਸੋ ਇਹਦਾ ਹੱਲ ਇਨਕਾਊਂਟਰ ਥੋੜੀ ਆ, ਉਹਦਾ ਇੱਕ ਬੰਦੇ ਨੂੰ ਤੁਸੀਂ, ਜਿਵੇਂ ਅੱਜ ਆਪਾਂ ਅੰਦਰ ਵੀ ਗੱਲ ਕਰ ਰਹੇ ਸੀ ਵੀ ਤੁਸੀਂ ਮਨ ਨੂੰ ਬਦਲੋਗੇ, ਔਰ ਮਨ ਨੂੰ ਕਿਵੇਂ ਬਦਲਿਆ ਜਾਊਗਾ, ਇਹਦੇ ਲਈ ਤਾਂ ਫਿਰ ਇੱਕ ਲੰਬੀ ਡਿਸਕਸ਼ਨ ਆ। ਜਦੋਂ ਤੱਕ ਉਹਨਾਂ ਦੇ ਮਨਾਂ ਨੂੰ ਸੰਬੋਧਨ ਨਹੀਂ ਕਰੋਗੇ, ਜਿੰਨੇ ਮਰਜ਼ੀ ਕਾਨੂੰਨ ਬਣਾ ਲਓ, ਜਿੰਨੇ ਮਰਜ਼ੀ ਨਿਯਮ ਬਣਾ ਲਓ, ਜੇ ਅਸੀਂ ਕਹੀਏ ਵੀ ਇੱਥੇ ਕ੍ਰਿਮੀਨਲ ਐਕਟੀਵਿਟੀਜ਼ ਘੱਟ ਹੋ ਜਾਣਗੀਆਂ, ਨਸ਼ਾ ਘੱਟ ਜਾਊਗਾ, ਜਾਂ ਇੱਥੇ ਤਣਾਅ ਤੇ ਟਕਰਾਅ ਘੱਟ ਜਾਊਗਾ ਸਮਾਜ 'ਚ, ਇਹ ਤਾਂ ਪੋਸੀਬਲ ਹੀ ਨਹੀਂ ਹੈ। ਤੁਸੀਂ ਕਹਿੰਦੇ ਯੂਥ ਦੇ ਉੱਪਰ ਅਟੈਕ ਹੋ ਰਿਹਾ ਲਗਾਤਾਰ। ਜਾ ਰਹੇ ਹੋ, ਜੇ ਕਿਸਾਨੀ ਮੋਰਚੇ ਦੀ ਗੱਲ ਕਰੀਏ ਆਪਾਂ, ਕਿਸਾਨੀ ਮੋਰਚੇ 'ਚ ਤੁਹਾਡੀ ਐਬਸੈਂਸ ਆ ਕਾਫੀ ਟਾਈਮ ਤੋਂ, ਕਦੋਂ ਵਾਪਸ ਜਾ ਰਹੇ ਹੋ? ਨਹੀਂ ਜੀ, ਐਬਸੈਂਸ ਨਹੀਂ ਆ। ਦੇਖੋ ਸਾਡੇ ਉੱਥੇ ਸਾਰੇ ਬੰਦੇ ਤਾਂ ਉੱਥੇ ਹੀ ਬੈਠੇ ਆ, ਔਰ ਹੁਣ ਮੈਂ ਤਾਂ ਪਿੰਡੋਂ ਪਿੰਡ ਹੀ ਹੋਇਆ ਕਿਉਂਕਿ ਲਾਮਬੰਦੀ ਤਾਂ ਪਿੰਡਾਂ 'ਚੋਂ ਹੀ ਕਰਨੀ ਹੈ। ਔਰ ਉਹਨਾਂ ਪਿੰਡਾਂ 'ਚੋਂ ਕਈ ਵਾਰੀ ਕੀ ਹੋ ਗਿਆ, ਜਦੋਂ 26 ਜਨਵਰੀ ਦੀ ਜੋ ਘਟਨਾ ਹੋਈ ਹੈ ਨਾ, ਉਹਦੇ ਤੇ ਬਹੁਤ ਵੱਡਾ ਇੱਕ ਬਿਰਤਾਂਤ ਰਚ ਦਿੱਤਾ ਗਿਆ। ਸਰਕਾਰ ਨੇ ਰਚਿਆ ਤੇ ਸਰਕਾਰ ਨੇ ਕਿਵੇਂ ਮਾਨਸਿਕਤਾ ਫੜੀ ਲੋਕਾਂ ਦੀ, ਉਹ ਫਲੈਗ ਜਾਂ ਉਹ ਸਾਡਾ ਨਿਸ਼ਾਨ ਸਾਹਿਬ ਜਿਹੜਾ ਹਿਊਮਨ ਰਾਈਟਸ ਦੀ ਜਿੱਥੇ ਉਲੰਘਣਾ ਹੁੰਦੀ ਆ ਉੱਥੇ ਮੌਜੂਦ ਹੁੰਦਾ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਦਿੱਲੀ ਜਾ ਕੇ ਸ਼ਹੀਦੀ ਦਿੰਦੇ ਆ, ਉਹ ਕਿਸ ਖਾਤਰ ਦਿੰਦੇ ਆ? ਹਿਊਮਨ ਰਾਈਟਸ ਦੀ ਉਲੰਘਣਾ ਹੀ ਹੋਈ ਸੀ ਨਾ। ਉਦੋਂ ਬੰਦਿਆਂ ਨੂੰ ਮਾਰਿਆ ਹੀ ਜਾ ਰਿਹਾ ਸੀ, ਧਰਮ ਪਰਿਵਰਤਨ ਕੀਤਾ ਜਾ ਰਿਹਾ ਸੀ, ਤੇ ਉਹ ਜਿੱਥੇ ਜਾ ਕੇ ਉਹਦੀ ਰਿਪਰੈਜ਼ੈਂਟੇਸ਼ਨ ਕੱਲੇ ਧਰਮ ਦੇ ਨਾਂ ਤੇ ਹੀ ਕਰ ਦਿੱਤੀ ਜਾਣੀ, ਤੇ ਉਹਨੂੰ ਇੱਕ ਕਲਚਰ ਨੂੰ ਜਾਂ ਇੱਕ ਹਿਊਮਨ ਰਾਈਟਸ ਵਾਇਓਲੇਸ਼ਨ ਨੂੰ ਸਿੰਬਲਾਈਜ਼ ਹੀ ਨਹੀਂ ਕਰਨਾ, ਇਹ ਸਰਕਾਰਾਂ ਕੰਮ ਕਰਦੀਆਂ ਹੁੰਦੀਆਂ। ਤਾਂ 26 ਤਰੀਕ ਤੋਂ ਬਾਅਦ ਇੱਕ ਬਹੁਤ ਤਰ੍ਹਾਂ ਦਾ ਸਾਡੇ ਆਪਦੇ ਅੰਦਰ ਹੀ ਇੱਕ ਕੌਨਫਲਿਕਟ ਪੈਦਾ ਕਰ ਦਿੱਤਾ ਗਿਆ, ਸਰਕਾਰ ਨੇ ਕੀਤਾ। ਕਿਆ ਤੁਹਾਨੂੰ ਲੱਗਦਾ 26 ਤਰੀਕ ਤੋਂ ਬਾਅਦ ਦੀ ਘਟਨਾ ਤੋਂ ਬਾਅਦ ਜਿਹੜਾ ਅੰਦੋਲਨ ਹੈ ਉਹ ਉਸ ਢੰਗ ਦਾ ਅੰਦੋਲਨ ਬਣ ਪਾਇਆ ਜਿਹੜਾ 26 ਤਰੀਕ ਤੋਂ ਪਹਿਲਾਂ? ਨਹੀਂ ਜੀ, 26 ਤੋਂ ਇਹ ਤਾਂ ਹੁਣ ਆਪਾਂ ਮੰਨਣੀ ਪਊ ਨਾ ਗੱਲ। 26 ਤੋਂ ਪਹਿਲਾਂ ਤਾਂ ਤੁਸੀਂ ਵੀ ਸਾਰੇ, ਹਰ ਸ਼ਖਸ ਉੱਥੇ ਸੀ ਬਾਕੀ, ਕਿੱਡਾ ਵੱਡਾ ਜਜ਼ਬਾ ਤੇ ਹਿੰਮਤ ਹੌਸਲਾ ਸੀ। 26 ਤਰੀਕ ਨੂੰ ਜੋ ਕੁਝ ਵਾਪਰਿਆ ਉਹਦੇ 'ਚ ਥੋੜੀ ਜਿਹੀ ਡਿਸਇਲੂਜਨ ਤਾਂ ਹੋਏ ਆ ਲੋਕ, ਪਰ ਉਹ ਡਿਸਇਲੂਜਨ ਕਿਉਂ ਹੋਏ ਆ? ਉਹ ਸਾਡੀਆਂ ਆਪਦੀਆਂ ਗਲਤੀਆਂ ਵੀ ਆ, ਤੇ ਸਰਕਾਰ ਤਾਂ ਚਾਹੁੰਦੀ ਸੀ ਵੀ ਇਹ ਕੰਮ, ਉਹ ਟ੍ਰੈਪ ਸੀ ਇੱਕ ਸਰਕਾਰ ਦਾ। ਤੁਸੀਂ ਇਹ ਵਾਰ-ਵਾਰ ਮੈਂ ਗੱਲਾਂ ਲਿਜਾਂਦਾ ਰਿਹਾ ਵੀ ਸਾਨੂੰ ਉਹ ਆਪ ਖਿੱਚ ਕੇ ਲੈ ਕੇ ਗਏ ਆ ਬੰਦਿਆਂ ਨੇ। ਹੁਣ ਤੁਹਾਨੂੰ ਲੱਗਦਾ ਕਿ ਕਿਸਾਨ ਆਗੂ ਭੂਮਿਕਾ ਨੂੰ ਪ੍ਰੋਪਰ ਨਿਭਾ ਨਹੀਂ ਪਾਏ? ਕਿਸਾਨ ਆਗੂਆਂ ਦੀ ਜਿਹੜੀ ਭੂਮਿਕਾ ਸੀ, ਜਿਸ ਢੰਗ ਨਾਲ ਲੋਕ ਉਹਨਾਂ ਤੇ ਵਿਸ਼ਵਾਸ ਕਰ ਰਹੇ ਸੀ, ਉਸ ਭੂਮਿਕਾ ਨੂੰ ਸਹੀ ਢੰਗ ਨਾਲ ਨਿਭਾ ਨਹੀਂ ਪਾਏ। ਬਾਈ ਜੀ, ਜਿਹੜਾ ਇਹ ਵੀ ਮੈਂ ਤੁਹਾਨੂੰ ਦੱਸਾਂ, ਕਿਸਾਨ ਆਗੂ ਜਿਹੜੇ ਸਾਡੇ ਨਾ ਬੜੀ ਇਮਾਨਦਾਰੀ ਨਾਲ, ਜਦੋਂ ਸੰਘਰਸ਼ ਦੀ ਗੱਲ ਕਰੀਏ, ਬੜੀ ਇਮਾਨਦਾਰੀ ਨਾਲ ਤੇ ਸਿੰਸੈਰਿਟੀ ਨਾਲ ਲੜ ਰਹੇ। ਜਿੱਥੇ ਕਿਤੇ ਉਹਨਾਂ ਨੇ ਮਾੜੀ ਮੋਟੀ ਖਤਾ, ਕਿਤੇ ਆਈ ਮੰਨ ਲਓ ਵੀ ਮਾੜੇ ਮੋਟੇ ਰਾਹ ਤੋਂ ਭਟਕੇ ਆ, ਸਾਡੀ ਸੰਗਤ ਉਹਨਾਂ ਨੂੰ ਆਪ ਹੀ ਰਾਹ ਤੇ ਲੈ ਆਉਂਦੀ ਹੈ। ਇਹ ਵਰਤਾਰੇ ਵਾਪਰੇ ਆ ਉੱਥੇ। ਔਰ ਮੰਨ ਲਓ ਜੇ ਮੈਂ ਬੈਠਾ, ਲੱਖਾ ਬੈਠਾ, ਕੁਝ ਉਹ ਗੱਲਾਂ ਕਰ ਦਿੰਦੇ ਆ, ਪਰ ਉਹਨਾਂ ਨੇ ਇਮਾਨਦਾਰੀ ਤੇ ਸਿੰਸੈਰਿਟੀ ਨਾਲ ਸੰਘਰਸ਼ ਲੜਿਆ। ਅੱਜ ਜੇ ਮੈਂ ਗੱਲਾਂ ਨੂੰ ਅਧਿਐਨ ਕਰਾਂ, ਦੇਖੋ ਪ੍ਰੋਪੇਗੈਂਡਾ ਜਿੰਨਾ ਮਰਜ਼ੀ ਕਰੀ ਜਾਈਏ, ਪਰ ਜੇ ਆਪਾਂ ਗੱਲਾਂ ਦਾ ਅਧਿਐਨ ਕਰੀਏ ਨਾ, ਤਾਂ ਇੱਕ ਸੋਸ਼ਲ ਟੈਰਰ ਜਿਹੜਾ 26 ਨੂੰ ਕ੍ਰੀਏਟ ਕੀਤਾ ਗਿਆ ਨਾ, ਉਹ ਸਰਕਾਰ ਨੇ ਕੀਤਾ। ਔਰ ਉਹ ਸੋਸ਼ਲ ਟੈਰਰ ਦੇ ਸ਼ਿਕਾਰ ਸਾਡੇ ਕਿਸਾਨ ਆਗੂ ਵੀ ਹੋ ਗਏ। ਜਦੋਂ ਆਪਾਂ ਕਹਿੰਦੇ ਆ ਨਾ ਫਰਸ਼ੀਵਾਦ, ਹੁਣ ਬੀਜੇਪੀ ਫਰਸ਼ੀਵਾਦ ਕਰ ਰਹੀ ਆ। ਫਰਸ਼ੀਵਾਦ ਕੀ ਆ? ਫਰਸ਼ੀਵਾਦ ਕੱਲਾ ਜ਼ੁਲਮ ਤੇ ਜ਼ਬਰ ਕਰਨਾ ਨਹੀਂ ਹੁੰਦਾ। ਫਰਸ਼ੀਵਾਦ ਕੀ ਹੁੰਦਾ, ਉਹਦਾ ਕੈਰੈਕਟਰਿਸਟਿਕਸ ਕੀ ਆ? ਇੱਕ ਸੁਸਾਇਟੀ ਨੂੰ, ਲੋਕਾਂ ਨੂੰ ਤਿਆਰ ਕੀਤਾ ਜਾਂਦਾ ਸੋਸ਼ਲ ਟੈਰਰ ਕ੍ਰੀਏਟ ਕਰਨ ਵਾਸਤੇ, ਵੀ ਹੁਣ ਤਾਂ ਪਤਾ ਨਹੀਂ ਕੀ ਵਾਪਰ ਜੂ। ਔਰ ਇਹੀ ਗੱਲ ਉੱਤੇ ਮੀਡੀਆ ਰਾਹੀਂ, ਉਹਨਾਂ ਦੇ ਚੈਨਲਸ ਰਾਹੀਂ, ਉਹੀ ਮੀਡੀਆ ਜਿਹਨੇ ਕਦੇ ਕਿਸਾਨੀ ਸੰਘਰਸ਼ ਦੀ ਗੱਲ ਨਹੀਂ ਕੀਤੀ ਸੀ, ਤੁਸੀਂ ਸਾਰਿਆਂ ਨੇ ਜਦੋਂ ਤੋਂ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਤੁਸੀਂ ਸਾਰਿਆਂ ਨੇ ਸਾਥ ਦਿੱਤਾ। ਮੈਨੂੰ ਦੱਸੋ ਜੇ ਨੈਸ਼ਨਲ ਮੀਡੀਆ ਨੇ ਸਾਥ ਦਿੱਤਾ ਹੋਵੇ ਤਾਂ। ਪਰ 26 ਤਰੀਕ ਨੂੰ ਆਲ ਆਫ ਅ ਸਡਨ ਸਾਰਾ ਨੈਸ਼ਨਲ ਮੀਡੀਆ ਚੱਲ ਪਿਆ, ਤੇ ਉਹਨਾਂ ਨੂੰ ਮੁੜ ਕੇ ਸੌਫਟ ਟਾਰਗੇਟ ਲੱਭ ਗਏ। ਸੌਫਟ ਟਾਰਗੇਟ ਦੋ ਬੰਦੇ ਲੱਭ ਗਏ ਜਿਨ੍ਹਾਂ ਨੂੰ ਕੋਈ ਪਿਛੋਕੜ ਨੂੰ ਉਸ ਢੰਗ ਨਾਲ ਸਮਝਿਆ ਜਾ ਸਕਦਾ ਸੀ ਵੀ ਇੱਕ ਲੱਖੇ ਦਾ ਪਿਛੋਕੜ ਵਿਵਾਦ 'ਚ ਰਿਹਾ, ਮੇਰਾ ਪਿਛੋਕੜ ਸਨੀ ਦਿਓਲ ਨਾਲ ਜੁੜਦਾ ਵੀ ਉਹ ਬੀਜੇਪੀ ਦਾ ਇੱਕ ਅੱਜ ਐਮਪੀ ਆ, ਤੇ ਉਹ ਸੌਫਟ ਟਾਰਗੇਟ ਨੂੰ ਮੂਹਰੇ ਰੱਖ ਕੇ ਸਾਰਾ ਬਿਰਤਾਂਤ ਹੀ ਉਹ ਰਚਦਾ। ਸੋ ਸਰਕਾਰ ਨੇ ਕਿਵੇਂ ਖੇਡਾਂ ਖੇਡੀਆਂ, ਇੱਕ ਸੋਸ਼ਲ ਟੈਰਰ ਕ੍ਰੀਏਟ ਕੀਤਾ ਜਿਹਦੇ ਸਾਡੇ ਕਿਸਾਨ ਆਗੂ ਵੀ ਉਸ ਮੌਕੇ ਤੇ ਸਮਝ ਨਹੀਂ ਪਾਏ। ਅੱਜ ਉਹ
ਅਸੀਂ ਕੋਈ ਵੀ ਨਹੀਂ ਸਮਝ ਪਾਇਆ, ਬੜੀ ਜਲਦੀ ਹੋਈ ਆ ਸਾਰੀ ਗੱਲ। ਪਰ ਅੱਜ ਜਦੋਂ ਇਹਨਾਂ ਗੱਲਾਂ ਨੂੰ ਐਨਾਲਾਈਜ਼ ਕਰਦੇ ਆ ਤੇ ਸਾਡੇ ਸਮਝ 'ਚ ਇੱਕ ਇੱਕ ਗੱਲ ਆ ਰਹੀ ਆ ਵੀ ਸਾਡੇ ਨਾਲ ਵਾਪਰਿਆ ਕੀ ਉੱਤੇ। ਹੁਣ ਕਿਹਾ ਜਾ ਰਿਹਾ ਕਿ ਜਿਹੜੀ ਪੋਲੀਟੀਕਲ ਪਾਰਟੀਆਂ ਨੇ, ਖਾਸ ਕਰਕੇ ਜਿਹੜੀ ਵਿਰੋਧੀ ਧਿਰ ਨੇ, ਹਾਂਜੀ। ਉਸ ਨੂੰ ਵੀ ਇਸ ਕਿਸਾਨੀ ਸੰਘਰਸ਼ ਨਾਲ ਜੋੜਨ ਦੀ ਲੋੜ ਹੈ ਤਾਂ ਕਿ ਸਰਕਾਰ ਤੇ ਹੋਰ ਦਬਾਅ ਪੈਂਦਾ ਹੋਇਆ ਨਜ਼ਰ ਆ ਸਕੇ। ਬਾਈ ਜੀ ਗੱਲ ਇਹ ਆ ਵੀ ਅੱਜ ਵਿਰੋਧੀ ਧਿਰ ਤਾਂ ਕੋਈ ਰਹਿ ਹੀ ਨਹੀਂ ਗਈ ਨਾ। ਤੁਸੀਂ ਦੇਖੋ ਜੇ ਵਿਰੋਧੀ ਧਿਰ ਕਿਸੇ ਵੇਲੇ ਜੇ ਬੀਜੇਪੀ ਸੈਂਟਰ 'ਚ ਤਾਂ ਕਾਂਗਰਸ ਹੁੰਦੀ ਸੀ, ਕਾਂਗਰਸ ਕਿੱਥੇ ਐਗਜ਼ਿਸਟੈਂਸ ਆ ਪੰਜਾਬ 'ਚ? ਚਲੋ ਸੂਬੇ ਲੈਵਲ ਤੇ ਹੈਗੀ ਆ, ਪਰ ਨੈਸ਼ਨਲ ਲੈਵਲ ਤੇ ਐਗਜ਼ਿਸਟੈਂਸ ਸਾਨੂੰ ਦਿਖਦੀ ਆ। ਵਿਰੋਧੀ ਧਿਰ ਹੁਣ ਜਿਹੜੀਆਂ ਨਾ ਉਹ ਰੀਜਨਲ ਪਾਰਟੀਆਂ ਬਣ ਗਈਆਂ, ਜਿਵੇਂ ਮਮਤਾ ਬੈਨਰਜੀ ਅੱਜ ਉਹ ਵਿਰੋਧੀ ਧਿਰ ਬਣ ਕੇ ਉੱਭਰੇ ਆ, ਹਨਾ। ਸੋ ਇਸ ਲਈ ਤੁਸੀਂ ਇਹ ਦੇਖੋ ਕਿਸੇ ਵੇਲੇ ਇਹ 1983 ਤੋਂ ਪਹਿਲਾਂ ਇਹ ਗੱਲ ਵਾਪਰੀ ਸੀ ਜਦੋਂ ਰੀਜਨਲ ਪਾਰਟੀਆਂ ਇੱਕ ਵਿਰੋਧੀ ਧਿਰ ਬਣ ਕੇ ਬੜੇ ਸਟਰੋਂਗ ਹੋਲਡ ਰੱਖਦੀਆਂ ਸੀ। ਹੁਣ ਉਹੀ ਦੁਬਾਰਾ ਹਿਸਟਰੀ ਦੀ ਰਿਪੀਟ ਹੋਊਗੀ, ਚਾਹੇ ਪੰਜਾਬ ਹੋਵੇ, ਚਾਹੇ ਉਹ ਕੋਈ ਹੋਰ ਸਟੇਟ ਹੋਣ, ਚਾਹੇ ਸਾਊਥ ਦੇ ਸਟੇਟ ਹੋਣ। ਹੁਣ ਵੈਸਟ ਬੰਗਾਲ ਹੋ ਗਿਆ, ਵਿਰੋਧੀ ਧਿਰ ਦੇ ਇੱਥੋਂ ਲੀਡਰ ਪੈਦਾ ਹੋਣਗੇ। ਕਿਸੇ ਵੇਲੇ ਜੋ ਫਾਰਕ ਅਬਦੁੱਲਾ, ਜੋ ਆਪਾਂ ਕਹਿ ਦੋ ਵੀ ਉਧਰੋਂ ਵੈਸਟ ਬੰਗਾਲ ਚੋਂ ਜੋ ਲੀਡਰ ਨਿਕਲਦੇ ਸੀ ਜਾਂ ਤਾਮਿਲਨਾਡੂ ਚੋਂ ਨਿਕਲਦੇ ਸੀ, ਹਨਾ, ਉਹ ਬੰਦੇ ਉਦੋਂ ਵਿਰੋਧੀ, ਜਾਂ ਸ਼ਰਦ ਯਾਦਵ ਉਦੋਂ ਨਿਕਲੇ, ਹੋਰ ਬੜੇ ਬੰਦੇ ਨਿਕਲੇ ਆ, ਤਾਂ ਉਹ ਬੰਦੇ ਵਿਰੋਧੀ ਧਿਰ ਦੀ ਤਰ੍ਹਾਂ ਇੱਕ ਪ੍ਰੈਜ਼ੈਂਸ ਹੁੰਦੀ ਸੀ। ਹੁਣ ਰੀਜਨਲ ਪਾਰਟੀਆਂ ਦੀ ਇੱਕ ਵਿਰੋਧੀ ਧਿਰ ਦੇ ਵੱਲੋਂ ਪ੍ਰੈਜ਼ੈਂਸ ਹੋਊਗੀ ਬਹੁਤ ਆਉਣ ਵਾਲੇ ਸਮੇਂ 'ਚ। ਅਕਾਲੀ ਦਲ ਬਾਰੇ ਗੱਲ ਕੀਤੀ ਹੈ ਸਰ। ਬਾਈ ਜੀ ਕੌਨਫਲਿਕਟ ਪੋਲਿਟਿਕਸ 2022 'ਚ ਨਾ ਜੋ ਪੰਜਾਬ ਦੇ ਅਸਲ ਮੁੱਦੇ ਆ ਉਹਨਾਂ ਨੂੰ ਤੈਅ ਕਰੂਗੀ, ਕਿਉਂ ਲੋਕਾਂ 'ਚ ਇੱਕ ਚੇਤਨਾ ਇਸ ਲੈਵਲ ਪੱਧਰ ਤੱਕ ਆ ਚੁੱਕੀ ਆ ਔਰ ਕਿਸਾਨੀ ਸੰਘਰਸ਼ ਲੈ ਕੇ ਆਇਆ ਉਹ ਚੇਤਨਾ। 2022 'ਚ ਹੁਣ ਜਦੋਂ ਪੋਲਿਟਿਕਸ ਹੋਊਗੀ ਨਾ, ਜਾਂ ਜਿਹੜੀਆਂ ਪਾਰਟੀਆਂ ਪੋਲੀਟੀਕਲ ਪਾਰਟੀਆਂ ਆਪਦੇ ਮੁੱਦੇ, ਚੋਣ ਮੁੱਦੇ ਡਿਸਾਈਡ ਕਰਨਗੀਆਂ, ਉਹ ਅਸਲ ਹੋਣਗੇ। ਹੁਣ ਗਲੀਆਂ ਨਾਲੀਆਂ ਵਾਲੀ ਪੋਲਿਟਿਕਸ ਨਹੀਂ ਚੱਲਣੀ। ਸੋ ਕੌਨਫਲਿਕਟ ਪੋਲਿਟਿਕਸ ਇਸ ਗੱਲ ਨੂੰ ਐਸਟੈਬਲਿਸ਼ ਕਰੂਗੀ ਪੰਜਾਬ ਦੇ ਅਸਲ ਮੁੱਦੇ ਕੀ ਆ ਤੇ ਉਹਨਾਂ ਤੇ ਤੁਸੀਂ ਰਾਜਨੀਤੀ ਕਿਵੇਂ ਕਰੋਗੇ। ਅਕਾਲੀ ਦਲ ਨੇ ਬੀਜੇਪੀ ਦੇ ਪੈਰ ਲਾਏ ਆ ਪੰਜਾਬ ਦੇ ਵਿੱਚ। ਤੁਸੀਂ ਥੋੜੇ ਦਿਨ ਪਹਿਲਾਂ ਇੱਕ ਆਡੀਓ ਵਾਇਰਲ ਹੋਈ ਸੀ ਤੁਹਾਡੀ, ਤੁਸੀਂ ਕਿਹਾ ਸੀ ਵੀ ਅਕਾਲੀ ਦਲ ਤੋਂ ਆਸ ਕੀਤੀ ਜਾ ਸਕਦੀ ਹੈ, ਉਹਦੇ ਦਾ ਬਾਰੇ ਸਹੀ ਸੋਚਿਆ ਜਾ ਸਕਦਾ, ਕੀ ਰੀਜ਼ਨ? ਨਹੀਂ ਜੀ, ਮੈਂ ਗੱਲ ਕੀ ਕਹੀ ਸੀ ਉਹ ਆਪਾਂ ਦੇਖਦੇ ਹਾਂ। ਕਈ ਵਾਰੀ ਨਾ ਸਾਨੂੰ ਗੱਲਾਂ ਦੇ ਮਤਲਬ ਸਮਝ ਨਹੀਂ ਆਉਂਦਾ, ਅਸੀਂ ਆਪਦੇ ਹਿਸਾਬ ਨਾਲ ਮਤਲਬ ਉਹਦੇ ਕੱਢੀ ਜਾਂਦੇ ਰਹਿੰਦੇ ਆ। ਮੈਂ ਇਹ ਗੱਲ ਕਹੀ ਸੀ ਵੀ ਸਾਨੂੰ ਇੱਕ ਸਟਰੋਂਗ ਖੇਤਰੀ ਰੀਜਨਲ ਪਾਰਟੀ ਪੈਦਾ ਕਰਨੀ ਪੈਣੀ ਆ। ਕਿਸੇ ਵੇਲੇ ਇਹ ਕੰਮ ਤੁਸੀਂ ਅਕਾਲੀ ਦਲ ਨੂੰ ਸਿਰਫ ਅਕਾਲੀ ਦਲ ਬਾਦਲ ਤੱਕ ਸੀਮਤ ਨਾ ਰੱਖੋ। ਅਕਾਲੀ ਦਲ ਦਾ 1940 50 1960 70 ਉਦੋਂ ਜਾ ਕੇ ਦੇਖੋ ਰੋਲ ਕੀ ਸੀ। ਉਸ ਵੇਲੇ ਵੱਧ ਅਧਿਕਾਰਾਂ ਦੀ ਪੋਲਿਟਿਕਸ ਕਰਦੇ ਸੀ ਉਹ। ਉਸ ਵੇਲੇ ਜਦੋਂ ਇੰਦਰਾ ਗਾਂਧੀ ਹੌਲੀ ਹੌਲੀ ਸੂਬੇ ਦੀਆਂ ਪਾਵਰਾਂ ਕੁਤਰ ਕੇ ਉਹਨੂੰ ਸੈਂਟਰਲਾਈਜ਼ ਕਰਤਾ, ਉਹਨੇ ਇੱਕ ਜਗ੍ਹਾ ਇਕੱਠੀਆਂ ਕਰ ਲੀਆਂ ਤੇ ਸੂਬਿਆਂ ਕੋਲੇ ਅੱਜ ਤਾਂ ਪਾਵਰ ਹੀ ਕੋਈ ਨਹੀਂ ਨਾ। ਸੋ ਵੱਧ ਅਧਿਕਾਰਾਂ ਦੀ ਗੱਲ ਕਿਉਂ ਕੀਤੀ ਜਾ ਰਹੀ ਸੀ? ਜਦੋਂ ਸਾਡੇ ਕੋਲੇ ਅਸੀਂ ਆਪਦੇ ਲੋਕਾਂ ਲਈ ਪਾਲਿਸੀ ਨਹੀਂ ਬਣਾ ਪਾਵਾਂਗੇ ਤੇ ਫਿਰ ਸਾਡੀ ਗਵਰਨੈਂਸ ਕਾਹਦੀ ਆ? ਅਸੀਂ ਇੱਥੇ ਕੋਈ ਨਗਰਪਾਲਿਕਾ ਵਾਲੇ ਅਹੁਦੇ ਥੋੜੀ ਮੰਨਣ ਆਏ ਆ। ਅਸੀਂ ਤਾਂ ਜੇ ਅੱਜ ਇੱਥੇ ਕਰੈਕਟਰ ਅਕਾਲੀ ਦਲ ਦਾ ਜੇ ਦੇਖੀਏ, ਜਿਹੜਾ ਵੱਧ ਅਧਿਕਾਰਾਂ ਵਾਲਾ ਮੰਗ ਆ, ਫੈਡਰਲਿਜ਼ਮ ਦੀ ਮੰਗ ਆ, ਉਹ ਤੇ ਅਕਾਲੀ ਦਲ ਖੜਾ ਲੱਗਦਾ ਤੁਹਾਨੂੰ? ਨਹੀਂ, ਹਜੇ ਤਾਂ ਕੋਈ ਵੀ ਨਹੀਂ ਖੜਾ। ਆਪਾਂ ਗੱਲ ਜੇ ਕਹੀਏ ਅੱਜ ਉਹਦੇ ਤੇ ਤਾਮਿਲਨਾਡੂ ਖੜਾ, ਉਹਦੇ ਤੇ ਮਹਾਰਾਸ਼ਟਰ ਖੜਾ, ਉਹਦੇ ਤੇ ਹੋਰ ਬੜੇ ਸਟੇਟ ਖੜੇ ਆ। ਪੰਜਾਬ ਨੇ ਜੋ ਇੱਕ ਆਪਦੀ ਨੈਸ਼ਨਲ ਲੈਵਲ ਤੇ ਰੀਜਨਲ ਪੋਲਿਟਿਕਸ ਦੀ ਸਪੇਸ ਸੀ ਉਹ ਗਵਾ ਚੁੱਕਿਆ ਪੰਜਾਬ ਬੜੇ ਸਮਾਂ ਪਹਿਲਾਂ। ਹੁਣ ਜਿਹੜੀ ਪਾਰਟੀ ਆਪਾਂ ਪੈਦਾ ਕਰੀਏ ਉਹ ਆਪਣੀ ਨੈਸ਼ਨਲ ਸਪੇਸ ਨੂੰ ਵੀ ਲਵੇ ਤੇ ਇੰਟਰਨੈਸ਼ਨਲ ਸਪੇਸ ਨੂੰ ਵੀ ਲਵੇ। ਸੋ ਸਾਨੂੰ ਬੜੇ ਇਸੇ ਕਰਕੇ ਮੈਂ ਹਮੇਸ਼ਾ ਕਹਿੰਦਾ ਸਾਨੂੰ ਆਪਦਾ ਇੰਟੈਲੈਕਚੁਅਲ ਕੈਲੀਬਰ ਆ ਜਿਹੜਾ ਉਹ ਚੱਕਣਾ ਪਊਗਾ, ਰਾਜਨੀਤਿਕ ਸਮਝ ਨੂੰ ਵੀ ਉੱਤੇ ਚੱਕਣਾ ਪਊਗਾ, ਕਲੈਕਟਿਵ ਕੌਨਸ਼ੀਅਸਨੈਸ ਪੈਦਾ ਕਰਨੀ ਪਊਗੀ, ਫਿਰ ਸਾਨੂੰ ਮਸਲਿਆਂ ਦਾ ਸਮਝ ਆਉਣੀ ਆ, ਫਿਰ ਕੋਈ ਹੱਲ ਕੱਢਾਂਗੇ। ਤੁਹਾਡਾ ਲੈਕਚਰ ਮੇਰੇ ਕੋਲ ਆਡੀਓ ਪਈ ਆ ਉਹ। ਹਾਂਜੀ, ਤੁਸੀਂ ਸਟੇਜ ਤੇ ਇੱਕ ਗੱਲ ਕੀਤੀ ਸੀ, ਹਾਲਾਂਕਿ ਤੁਸੀਂ ਬਾਅਦ ਵਿੱਚ ਉਸ ਗੱਲ ਤੋਂ ਮੁੱਕਰੇ ਵੀ ਆ ਵੀ ਅਸੀਂ ਚਾਹੁੰਦੇ ਆ ਖਾਲਿਸਤਾਨ। ਨਹੀਂ ਭਾਈ ਇਹ ਗੱਲ ਪਈ ਆ ਮੇਰੇ ਕੋਲ। ਹਾਂ ਪਈ ਆ, ਪਰ ਉਹ ਤੁਸੀਂ ਸੁਣੋ, ਮੈਂ ਇਹ ਗੱਲ ਨਹੀਂ ਕਹੀ। ਨਹੀਂ ਜੀ ਭਾਈ, ਮੈਂ ਇਹ ਨਹੀਂ ਕਹੀ ਵੀ ਅਸੀਂ ਚਾਹੁੰਦੇ ਆ। ਤੁਸੀਂ ਗੱਲ ਨੂੰ ਸਮਝੋ, ਚਾਹੇ ਹਿੰਦੂ ਰਾਸ਼ਟਰ ਦੀ ਗੱਲ ਆ, ਚਾਹੇ ਖਾਲਿਸਤਾਨ ਦੀ ਗੱਲ ਆ, ਉਹ ਹੈ ਕੀ? ਉਹ ਲੋਕਾਂ ਦੇ ਮਨਾਂ 'ਚ ਪਈ ਹੋਈ ਭਾਵਨਾ। ਕਈਆਂ ਦੇ ਮਨਾਂ 'ਚ ਹਿੰਦੂ ਰਾਸ਼ਟਰ ਦੀ ਭਾਵਨਾ ਪਈ ਆ, ਕਈਆਂ ਦੇ ਮਨਾਂ 'ਚ ਖਾਲਿਸਤਾਨ ਦੀ ਭਾਵਨਾ ਪਈ ਆ। ਇੱਕ ਐਸਪੀਰੇਸ਼ਨ ਆ। ਹੁਣ ਜਦੋਂ ਭਾਵਨਾ ਪਈ ਆ ਤਾਂ ਸਾਡਾ ਕਾਨੂੰਨ ਇਹ ਕਹਿੰਦਾ ਵੀ ਕੋਈ ਵੀ ਭਾਵਨਾ ਜੇ ਹੋਵੇ ਨਾ ਉਹਨੂੰ ਤੁਸੀਂ ਪੀਸਫੁਲੀ ਸੁਣੋ। ਨਹੀਂ ਬਾਈ, ਕਿਸਾਨ ਮੋਰਚੇ ਦੀ ਨਹੀਂ, ਕਿਸਾਨ ਮੋਰਚੇ ਦੀ ਸਟੇਜ ਤੇ ਨਹੀਂ, ਉੱਥੇ ਕਿਸਾਨ ਮੋਰਚੇ 'ਚ ਬੁਲਾਰਿਆਂ ਨੇ ਕਿੱਥੋਂ ਤੱਕ ਦੇ ਸਫ਼ਰ ਕੀਤੇ ਆ, ਇਹ ਅਸੀਂ ਗੱਲ ਸਮਝ ਗਏ। ਉਹ ਕਿਸਾਨ ਮੋਰਚੇ ਦੀ ਸਟੇਜ ਤੋਂ ਬੜੇ ਸਫ਼ਰ ਹੋਏ ਆ, ਬੜੇ ਦੂਰ ਵੱਧ ਅਧਿਕਾਰਾਂ ਦੇ ਕਹਿ ਲਓ, ਨੈਸ਼ਨਲ ਇੰਟਰਨੈਸ਼ਨਲ ਪੋਲਿਟਿਕਸ ਕਹਿ ਲਓ, ਬੜੇ ਸਫ਼ਰ ਹੋਏ ਆ। ਉਹੀ ਇੱਕ ਸਫ਼ਰ ਸੀ। ਮੈਂ ਇੱਕ ਗੱਲ ਸਮਝਾਉਣ ਦੀ ਕੋਸ਼ਿਸ਼ ਇਹ ਕਰ ਰਿਹਾ ਸੀ, ਜਿਹੜੀ ਇੱਕ ਐਸਪੀਰੇਸ਼ਨ ਹੁੰਦੀ ਆ ਨਾ, ਮੈਚੁਰ ਡੈਮੋਕ੍ਰੇਸੀਜ਼ ਆ ਜਿਹੜੀਆਂ,
ਮੈਚੁਰ ਡੈਮੋਕ੍ਰੇਸੀ, ਇੱਕ ਆਪਣਾ ਦੇਸ਼ ਇੱਕ ਮੈਚੁਰ ਡੈਮੋਕ੍ਰੇਸੀ ਹੈ ਨਾ, ਉਹ ਇਹਨਾਂ ਐਸਪੀਰੇਸ਼ਨਸ ਨੂੰ ਬੜੀ ਮੈਚੁਰਿਟੀ ਨਾਲ ਡੀਲ ਕਰਦੀਆਂ, ਇਹਨਾਂ ਤੇ ਜ਼ਬਰ ਜਾਂ ਜ਼ੁਲਮ ਨਹੀਂ ਕਰਦੀਆਂ। ਇਹ ਤਾਂ ਇੱਕ ਪੀਸਫੁਲ ਐਸਪੀਰੇਸ਼ਨ ਆ, ਔਰ ਪੀਸਫੁਲ ਐਸਪੀਰੇਸ਼ਨ ਸਾਡਾ ਕਾਨੂੰਨ ਕਹਿੰਦਾ ਵੀ there is no harm in it and it is not against the law। ਸੋ ਗੱਲ ਇਹ ਸੀ, ਇਸ ਗੱਲ ਤੋਂ ਮੈਂ ਕੋਈ ਵੀ ਕਹੀ ਹੋਈ ਗੱਲ ਤੋਂ ਜੇ ਗਲਤ ਕਹੀ ਹੋਈ ਤਾਂ ਬੰਦਾ ਮਾਫੀ ਮੰਗ ਲੈਂਦਾ, ਤੇ ਜੇ ਸਹੀ ਕਹੀ ਆ ਫਿਰ ਸਹੀ ਆ, ਫਿਰ ਮੈਂ ਮੁੱਕਰਦਾ ਨਹੀਂ ਕਦੇ। ਮੈਂ ਤੁਹਾਨੂੰ ਸੱਚੀ ਇਹ ਗੱਲ ਦੱਸ ਰਿਹਾ। ਹਾਂਜੀ ਤੁਸੀਂ ਇੱਕ ਵਾਰ ਇਹ ਵੀ ਕਿਹਾ ਸੀਗਾ ਕਿ ਵੀ ਕਿਸਾਨਾਂ ਦੀ ਕਈ ਪੋਲਾਂ ਹੈ ਜੇ ਮੈਂ ਖੋਲਣ ਤੇ ਆ ਗਿਆ ਤਾਂ ਮੈਂ ਬਹੁਤ ਕੁਝ ਖੋਲ ਬਿਲਕੁਲ ਬਿਲਕੁਲ ਪਤਾ ਕੀ ਹੁੰਦਾ, ਇਹ ਵੀ ਮੈਂ ਤੁਹਾਨੂੰ ਗੱਲ ਦੱਸਦਾ। ਉਹਨਾਂ ਦਾ ਪਾਸਟ, ਜਿਵੇਂ ਸਾਡਾ ਪਾਸਟ ਕਈ ਵਾਰੀ ਮੈਂ ਕਹੋ ਵੀ ਸਨੀ ਦਿਓਲ ਬਾਈ ਦੀ ਚੋਣ ਵੇਲੇ ਉਹਨਾਂ ਦੇ ਚੋਣਾਂ 'ਚ ਆ ਕੇ ਖੜਾ ਹੋ ਗਿਆ ਤੇ ਮੈਨੂੰ ਬੀਜੇਪੀ ਨਾਲ ਜੋੜ, ਹੋਰ ਤਾਂ ਕੋਈ ਆਧਾਰ ਨਹੀਂ ਹੈ ਨਾ ਕਿਸੇ ਕੋਲੇ। ਕਈ ਸਾਡੇ ਲੀਡਰਾਂ ਦਾ ਪਾਸਟ ਵੀ ਉਹਨਾਂ ਤੇ ਸਵਾਲ ਚੱਕੇ ਜਾ ਸਕਦੇ ਆ, ਔਰ ਜਦੋਂ ਅਸੀਂ ਉਹੀ ਤਣਾਅ ਤੇ ਟਕਰਾ, ਕਿਉਂਕਿ ਸਾਡਾ ਫੋਕਸ ਪੁਆਇੰਟ ਆ ਉਹ ਸਰਕਾਰ ਤਾਂ ਚਾਹੁੰਦੀ ਨਹੀਂ ਸੀ ਵੀ ਬਣੇ, ਸਾਨੂੰ ਆਪਸ 'ਚ ਹੀ ਉਲਝਾਈ ਰੱਖਿਆ ਬੜਾ ਸਮਾਂ। ਤਾਂ ਜਦੋਂ ਇਹ ਗੱਲਾਂ ਨੂੰ ਬਾਹਰ ਬੈਠ ਕੇ ਸਮਝੇ ਆ ਹੁਣ, ਤਾਂ ਸਾਨੂੰ ਪਤਾ ਲੱਗਿਆ ਸਰਕਾਰ ਨੇ ਕਿਵੇਂ ਸਾਡੇ ਨਾਲ, ਸਾਡੀ ਮਾਨਸਿਕਤਾ ਨਾਲ ਵੀ ਉਹ ਖੇਡੇ ਆ, ਕਿਹੜੇ ਬੰਦੇ ਉਹਨਾਂ ਨੇ ਪਲਾਂਟ ਕੀਤੇ ਆ ਤੇ ਸਾਡੇ ਨਾਲ ਕੀਤਾ ਕੀ ਆ। ਸੋ ਉਸ ਵੇਲੇ ਜਦੋਂ ਇੱਕ ਚੱਲਦੇ ਅੰਦੋਲਨ 'ਚ ਜੋ ਜਿਸ ਤਰ੍ਹਾਂ ਦਾ ਇੱਕ ਰੌਂ ਬਣਿਆ ਹੁੰਦਾ, ਉਦੋਂ ਇਹ ਗੱਲ, ਔਰ ਇਹ ਮੈਨੂੰ ਲੱਗਦਾ ਇਹ ਤਾਂ ਮੈਂ ਉਦੋਂ ਕਹੀ ਸੀ ਜਦੋਂ ਮੈਂ ਰੂਪੋਸ਼ ਸੀ, ਜਦੋਂ ਪੁਲਿਸ ਮੇਰੇ ਮਗਰ ਪਈ ਹੋਈ ਆ, ਸਾਰੀ ਖਲਕਤ ਹੀ ਉਲਟ ਹੋ ਗਈ। ਸੋ ਮੇਰੀ ਮਾਨਸਿਕਤਾ ਸਮਝ ਸਕਦੇ ਹੋ ਤੁਸੀਂ ਵੀ ਜੇ ਉਦੋਂ ਇਹ ਸੀ ਵੀ ਜੇ ਮੈਨੂੰ ਗਦਾਰ ਕਹੀ ਜਾਂਦੇ ਹੋ, ਜਿਹੜੇ ਬੰਦੇ ਨੇ ਦਿਨ ਰਾਤ ਤੁਹਾਨੂੰ ਦੇਤਾ, ਤੇ ਜੇ ਮੈਂ ਤੁਹਾਡੀਆਂ ਪੋਲਾਂ ਖੋਲਣ ਆ ਗਿਆ ਤਾਂ ਫਿਰ ਮੈਂ ਕੁਝ ਵੀ ਬਹੁਤ ਕੁਝ ਸਾਹਮਣੇ ਲਿਆ ਸਕਦਾ। ਉਹ ਇੱਕ ਵੱਖਰਾ ਸਮਾਂ ਤੇ ਵੱਖਰੀ ਮਾਨਸਿਕਤਾ ਸੀ। ਇਹਨੂੰ ਤੁਸੀਂ ਪੱਥਰ ਤੇ ਲਕੀਰਾਂ ਨਾ ਸਮਝਿਆ ਕਰੋ। ਅੱਜ ਆਪਾਂ ਜਿੱਥੇ ਖੜੇ ਆ ਬੜਾ ਸਾਰਥਕ ਸਮਾਂ, ਮਾਨਸਿਕਤਾ ਵੱਖਰੀ ਆ। ਸੋ ਸਾਡੇ ਆਗੂ ਸਤਿਕਾਰਯੋਗ ਆ, ਅਸੀਂ ਉਹਨਾਂ ਦੀ ਅਗਵਾਈ 'ਚ ਸੰਘਰਸ਼ ਲੜ ਰਹੇ ਹਾਂ। ਉਹ ਤਾਂ ਫਿਰ ਲੀਡਰਸ਼ਿਪ ਦੱਸੋਗੇ। ਮੈਮ ਪਲੀਜ਼